पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास राखो सरनाई। सो कौटल गुर सेवियै, अहनिस सहज सुभाए। दर्शन परसें गुरु कै, जन्म मरण दुख जाए। होवै सिफत खसम दी, नूर अरशों कुरशों चटियै। तुद डिठे सच्चे पातशाह, मल जन्म जन्म दी कटियै। सज्जन सच्चा पातशाह, सिर शाह दे शाह। जिस पास बैठिया सोहियै, सबना दा विसाह। सतनाम श्री वाहिगुरु साहिब जी। एक ओंकार सतगुर प्रसाद। राग आसा महला नावा, बिरथा कहो कौन स्यो मन की। लोभ ग्रस्यो दसहु दिस धावत, आसा लाग्यो धन की। बिरथा कहो कौन स्यो मन की। लोभ ग्रस्यो दसहु दस दिस धावत, आसा लाग्यो धन की। रहाओ सुख कै हेत बहुत दुख पावत, सेव करत जन जन की। द्वार है द्वार स्वान जो डोलत, नह सुध राम भजन की। मानस जन्म अकारत खोवत, लाज न लोक हसन की। नानक हर जस क्यों नहीं गावत, कुमत विनाशै तन की। मानस जन्म अकारथ खोवत, लाज न लोक हसन की। नानक हर जस क्यों नहीं गावत, कुमत विनाशै तन की। वाहिगुरु जी का खालसा, वाहिगुरु जी की फतेह। करन कारण पतत पावन भगत वशल, किरपा दे खजाने जुगो जुग अटल। धन धन साहिब श्री गुरु ग्रंथ साहिब पातशाह जी की पावन पवित्र गोद अंदर सज बैठे गुरु रूप खालसा साध संगत जी। सतगुरां दी अपार बख्शिश मेहरमत सदका
ਸੰਧਿਆ ਦੇ ਸਮੇਂ ਦੇ ਦੀਵਾਨ ਸਜੇ, ਸੋਦਾ ਰਹਿਰਾਸ ਬਾਣੀ ਦੇ ਜਾਪ ਉਪਰੰਤ ਨਾਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ 400 ਸਾਲਾ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਅੰਦਰ ਸਭ ਥਾਈਂ ਹੋਏ ਸਹਾਏ ਗੁਰਮਤਿ ਪ੍ਰਚਾਰ ਲਹਿਰ ਦੇ ਤਹਿਤ ਨਗਰਾਂ, ਸ਼ਹਿਰਾਂ, ਕਸਬਿਆਂ, ਮਹੱਲਿਆਂ ਦੇ ਗੁਰੂ ਘਰਾਂ ਦੇ ਵਿੱਚ ਸ਼ਾਮਾਂ ਦੇ ਦੀਵਾਨ ਸਜਾਏ ਜਾਂਦੇ ਨੇ। ਸੋ ਅੱਜ ਦਾ ਦੀਵਾਨ ਆਪ ਜੀ ਦੇ ਨਗਰ ਦਾ ਹੈ। ਆਪ ਜੀਆਂ ਨੇ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਜਵੱਦੀ ਟਕਸਾਲ ਵਾਲੇ ਔਰ ਭਾਈ ਸੁਖਦੀਪ ਸਿੰਘ ਜੀ ਖਾਲਸਾ ਜੀ ਪਾਸੋਂ ਸਰਵਣ ਕੀਤਾ ਹੈ। 20 ਫਰਵਰੀ ਤੋਂ ਇਹ ਦੀਵਾਨ ਨਿਰੰਤਰ ਚੱਲ ਰਹੇ ਨੇ, ਜੋ 30 ਅਪ੍ਰੈਲ ਤੱਕ ਲਗਾਤਾਰ ਚੱਲਣੇ ਨੇ, ਜਿਨ੍ਹਾਂ ਦੇ ਵਿੱਚ ਇਸ ਵਾਰ ਯਤਨ ਕੀਤਾ ਗਿਆ ਹੈ ਕਿ ਜਿਸ ਪਾਤਸ਼ਾਹ ਜੀ ਦਾ ਅਸੀਂ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਦੇ ਰੂਪ ਵਿੱਚ ਮਨਾ ਰਹੇ ਹਾਂ, ਗਰੀਬ ਨਵਾਜ਼ ਸਤਿਗੁਰੂ ਜੀ ਸਾਨੂੰ ਆਪਣੀ ਮੁਬਾਰਕ ਰਸਨਾ ਤੋਂ ਬਾਣੀ ਰਾਹੀਂ ਕਹਿਣਾ ਕੀ ਚਾਹੁੰਦੇ ਨੇ। ਗੁਰਬਾਣੀ, ਸਮੁੱਚੀ ਗੁਰਬਾਣੀ ਹੀ ਸਾਨੂੰ ਮਨਮਤ ਵੱਲੋਂ ਵਿਵਰਜਿਤ ਕਰਕੇ ਗੁਰਮਤਿ ਦੇ ਪਾਂਧੀ ਬਣਾਉਣਾ ਚਾਹੁੰਦੀ ਹੈ। ਪਰ ਸਾਡੀ ਬਦਕਿਸਮਤੀ ਹੈ, ਅਸੀਂ ਕੇਵਲ ਤੇ ਕੇਵਲ ਗੁਰਬਾਣੀ ਨੂੰ ਪੜ੍ਹਨ ਤੱਕ ਸੀਮਿਤ ਰੱਖਿਆ, ਸੁਣਨ ਤੱਕ ਸੀਮਿਤ ਵੀ ਰੱਖ ਲਿਆ, ਸੁਣ ਵੀ ਲਿਆ, ਪੜ੍ਹ ਵੀ ਲਿਆ, ਪਰ ਮੰਨਿਆ ਨਹੀਂ। ਜੇ ਅਸੀਂ ਗੁਰਬਾਣੀ ਨੂੰ, ਗੁਰਬਾਣੀ ਦੀ ਗੱਲ ਮੰਨੀ ਹੁੰਦੀ ਜੋ ਗੁਰੂ ਸਾਹਿਬ ਨੇ ਆਪਣੇ ਸਿਧਾਂਤ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਤਾਂ ਸ਼ਾਇਦ ਅੱਜ ਸਾਡਾ ਸਿੱਖ ਕੌਮ ਦਾ ਇਹ ਹਾਲ ਨਾ ਹੁੰਦਾ ਜੋ ਇਸ ਸਮੇਂ ਅਜੋਕੇ ਸਮੇਂ ਦੇ ਵਿੱਚ ਹੈ। ਗੁਰੂ ਘਰਾਂ ਦੇ ਵਿੱਚ ਕਦੇ ਰੌਣਕ ਨਾ ਘਟਦੀ। ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ, ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਜਦੋਂ ਨਗਰਾਂ ਦੇ ਵਿੱਚ ਜਾਈਦਾ ਹੈ, ਕੋਈ ਟਾਵਾਂ ਟਾਵਾਂ ਗੁਰਸਿੱਖ ਪਿਆਰਾ ਗੁਰੂ ਘਰਾਂ ਵਿੱਚ ਆਉਂਦਾ ਹੈ, ਬਾਕੀ ਤਾਂ ਗੱਲ ਗਈ ਆਈ ਹੈ। ਚਾਹੀਦਾ ਸੀ ਗੁਰਬਾਣੀ ਨੂੰ ਸੁਣਨਾ, ਪੜ੍ਹਨਾ ਤੇ ਮੰਨਣਾ। ਆਓ ਅੱਜ ਦਾ ਜੋ ਪਾਵਨ ਮੁਬਾਰਕ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਾਗ ਆਸਾ ਅੰਦਰ ਬਖਸ਼ਿਸ਼ ਕਰ ਰਹੇ ਨੇ। ਮੈਂ ਕਹਿੰਦਾ ਗੁਰੂ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਸਾਡਾ ਸਫਲਾ ਹੋ ਜਾਵੇਗਾ। ਇਸ ਪਾਵਨ ਸ਼ਬਦ ਤੇ ਅਮਲ ਕਰ ਲਈਏ, ਇਸ ਪਾਵਨ ਸ਼ਬਦ ਦੀ ਕਮਾਈ ਕਰ ਲਈਏ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਪਾਵਨ ਸ਼ਬਦ ਰਾਹੀਂ, ਪਾਵਨ ਮੁਬਾਰਕ ਰਸਨਾ ਤੋਂ, ਸ਼੍ਰੀ ਕੰਠ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਨੂੰ ਕਮਾ ਲਈਏ ਤਾਂ ਸਾਨੂੰ ਵੱਡੇ ਵੱਡੇ ਸਮਾਗਮ ਕਰਨ ਦੀ ਲੋੜ ਨਹੀਂ ਪੈਗੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੇ। ਸਾਹਿਬ ਜੀ ਕਹਿੰਦੇ ਆ ਗੁਰਸਿੱਖ ਗੁਰੂ ਦੀ ਚਾਲੀ ਤੇ ਚੱਲ। ਗੁਰੂ ਦੀ ਚਾਲੀ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇਹ ਗੁਰਸਿੱਖ ਦੀ ਚਾਲੀ ਹੈ, ਗੁਰੂ ਦੀ ਚਾਲੀ ਹੈ, ਜਿਸ ਦੇ ਉੱਪਰ ਸਿੱਖ ਨੇ ਚੱਲਣਾ ਹੈ। ਸਿੱਖ ਦੀ ਪਹਿਲੀ ਰਹਿਤ ਮਰਿਆਦਾ ਜਿਹੜੀ ਹੈ ਉਹ ਇਹ ਹੈ ਕਿ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਾਉਂਦਾ ਹੈ, ਉਹਦਾ ਜਿਹੜਾ ਕਰਮ ਬਣਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਨਾ, ਇਸ਼ਨਾਨ ਪਾਣ ਕਰਕੇ ਬਾਣੀ ਪੜ੍ਹਨੀ, ਗੁਰੂ ਘਰ ਜਾਣਾ।
भाई नंद लाल साहब जी के बचन जो कलगीधर पातशाह जी के नाल होए ने, मैं आप जी के समक्ष रख के मैं शब्द की विचार वाल आवां। तो सब तो पहला आओ सारे प्यार नाल कलगीधर पातशाह जी की बख्शिश की हुई फतेह की सांझ पाओ। वाहिगुरू जी का खालसा, वाहिगुरू जी की फतेह। शब्द की सानू सही समझ लगे, हिरदा साडा एकाग्र होवे, रसना की पवित्रता वास्ते सारे प्यार नाल आखो सतनाम श्री वाहिगुरू। फिर कृपा करो आखो सतनाम। भाई नंद लाल सिंह साहब जी साहिबे कमाल श्री गुरु गोबिंद सिंह महाराज सच्चे पातशाह जी नूं सिख की रहत पुछदे ने कि पातशाह सिख की रहत की है। तो केवल भाई नंद लाल सिंह साहब जी के परथाए महाराज जी ने शब्द नहीं उचारे, परथाए साखी महापुरख बोलदे सांझी सगल जहान है। भाई नंद लाल सिंह साहब जी ने साडे ते परोपकार किया है कि साडे वास्ते बचन गुरु रसना तो कढ़ाए। तो सतगुरु जी कहते गुरसिख रहत सुनो मेरे मीत, ए गुरसिख दी रहत ए मेरे मित्र, गुरसिख दी रहत सुनो। उठ प्रभात करे हित चीत, प्रभात अमृत वेले उठ के बड़ा जोर लगा होया मिशनरी लाणियां दा कि अमृत वेला जो जाग जाते उदों ही अमृत वेला हुंदा है। नहीं नहीं गुरमुख प्यारिओ, साहब जी की जो तुसीं बाणी पढ़ोगे ना, सतगुरु जी कहते ने अमृत वेला साच नाओ वडियाई विचार। साहब जी कहते चौथे पहर सुबह के सुरत्यां उपजै चाओ। अमृत वेला चौथे पहर नूं कहा गया है। सारी बाणी पढ़ो, सारी बाणी दे विच साहिबा ने अमृत वेला किनू कह फरीदा पहले पहरे फुलड़ा फल भी पच्छा रात, जो जागन लहन से साई कन्नो दात। अमृत वेला जिहड़ा चौथा पहर है, रात का चौथा पहर, तो महाराज सच्चे पातशाह कलगीधर पातशाह जी बख्शिश करते हैं गुरसिख रहत सुनो मेरे मीत, उठ प्रभात करे हित चीत। की करना वाहिगुरू पुन मंत्र है जा। अमृत वेले उठ के सब तो पहला कर्म की करना है, वाहिगुरू का जाप करना है। 5 मिनट कर लो, 10 मिनट कर लो, 15 मिनट कर लो, करना जरूर है। तो महाराज कहते अमृत वेले उठ के पहला वाहिगुरू का सिमरन करना है। वाहिगुरू पुन मंत्र है जाप, कर इशनान जप पढ़े जप जाप। फिर इशनान पान करके 5 बाणियां दा जप साहिब दा जाप साहिब दा जो कलगीधर पातशाह जी ने 5 बाणियां दा नितनेम साडी चोली पाया वो करना है। फिर सिख की दिनचर्या किदां दी होनी चाहिए वो भी पातशाह जी ने सिख रहत मर्यादा दे विच दर्शाया है। रहतनामिਆਂ दे विच बचन आउंदे ने, कहंदे दर्शन करे मेरा पुण्य आए। घर विच 5 बाणियां दा नितनेम होया। आ कईयां नूं बहुत वड्डा भुलेखा पिया है। कहंदे जी जदों पुछीए तुसीं गुरु घर आउंदे नहीं, कहंदे घरे ही गुरुद्वारा साहब के दर्शन हो जाते ने, घरे ही कीर्तन सरवण कर लईदा है, घरे ही चंगे चंगे कथावाचकां नूं सुन लईदा है, गुरुद्वारे जाण दी लोड़ ही नहीं। तो साध संगत जी रोजाना रहरास साहब जी का जाप पढ़ते हो ना, ठीक है कुछ धार्मिक कारज घर बैठिया साडे हो सकते हैं, पर कुछ रहत मर्यादा विच जिहड़े बचन आउंदे ने वो तां पूरे होने ने जे असीं गुरु घर चल के जावांगे। 2 कारज तुसीं घर विच करदे हो, अंतर गुर आराधना जिहवा जप गुर नाम, ये घर विच बैठिया हो सकते हैं, पर नेत्री सतगुर पेखना श्रवणी सुनना गुरु नाम ये गुरुद्वारा साहब तो आउण तो बिना नहीं जे पूरे होने। ठीक है तुसीं घर विच सचखंड श्री हरमंदर साहब के दर्शन भी कर लेंदे हो, टीवी ते कीर्तन भी सरवण कर लेंदे हो, आसा जी की वार का शब्द कीर्तन भी, हुक्मनामे की कथा विचार भी सरवण कर लेंदे हो, पर संगत के चरणों की धूड़ तो नहीं ना उत्थों प्राप्त हो सकती। जिस दे बाबत भाई साहब भाई गुरदास जी कहते मस्तक लगे साध रेण, वडभाग जिन्हां दे
कलगीधर पातशाह कहते दर्शन करे मेरा पुन आए, अदब स्यों बैठ गुर हित चित लाए। अदब दे नाल गुरु दरबार विच बैठना है, जिवें हुण बैठे हो। ये सिख दी दिनचर्या है, सारे दिन विच की करना है। फिर साहब जी कहते तीन पहर जब बीते जान, जदों दिन दे तीन पहर बतीत हो जाण, दिन दा चौथा पहर आवे, गुर इतिहास की कथा गुरुद्वारियां साहिबां विच हुंदी है। तीन पहर जब बीते जान, कथा सुने गुर हित चित लाण। प्यार नाल आखो सतनाम श्री वाहिगुरू। ये रहतनामिਆਂ ਦੇ बचन ने कलगीधर पातशाह जी की रसना तो उचारण किए हुए, जो असीं भुल गए। फिर साहब जी कहते संध्या समय सुने रह रास, कीर्तन कथा सुने हर जास। फिर कीर्तन सोले का जाप, गुरु तो बलहार जाया करो। सतगुਰਾਂ ने सानू बहुत रियायतां दित्तियां जे। साडा अमृत वेले पंज बाणियां दा नितनेम, शाम का सोदा रहरा साहब जी का नितनेम, सोला साहब जी का जाप। बस साहब जी कहते इन्ना ही कर लो। जदों साहिबां ने मर्यादा बनी होवेगी तो कितनी एहतियात वरती है। कभी गौर दे नाल इन्हां रहत मर्यादा नूं, रहत नामिਆਂ नूं पढ़िया करो कि साहिबां ने जदों रहत मर्यादा विच ये लिखिया होवेगा मेरा सिख अमृत वेले पंज बाणियां दा नितनेम करे। क्यों? क्योंकि मेरे साहिबां नूं पता है कि मेरे सिख ने रात 8 घंटे 10 घंटे रात सौ के बतीत की है। ये वास्ते 1 घंटे 45 मिनट का या 1 घंटे का पाठ करना कोई वड्डी गल नहीं है। चौंकड़ा लग जाता है, कोई आलस नहीं, अमृत वेले इशनान करके कर सकता है। तो शामां नूं सारा दिन सिख ने किरत की, किसी ने हल वाया, किसी ने कोई मजदूरी की, किसी ने कोई किरत की, सारा दिन किरत की है। हुण मेरे पातशाह नूं पता सी कि सारा दिन किरत करके थकिया होया, इहदे कोल 1 घंटा शायद चौकड़ा ना लगे। साहिबां ने की कीता, 20 मिनट का जाप श्री रहरास साहब जी का साडी झोली विच पा दिता है। कितनी रियायत मेरे पातशाह जी ने दी है सानूं। हुण सिख ने प्रशादा छकना है, प्रशादे का अमल है। प्रशादा छकन तो बाद महाराज जी ने सोला साहब जी का जाप करने की हिदायत की है। पातशाह नूं पता है कि यदा चौंकड़ा हुण 20 मिनट भी नहीं लग सकता, क्योंकि प्रशादे का अमल है। महाराज जी ने 5 शब्दों का जाप 5 मिनट का सोला साहब जी का साड़ी झोली पा दिता। प्यार नाल आखो सतनाम श्री वाहिगुरू। ताई महाराज जी ने आख्या सौन लग्या, विराजन लग्या सोला साहब पढ़दा कि सोला साहब पढ़द्या पढ़द्या तेनों गुरु की गोद में ही नींद आ जाए। जेड़े तू घड़ियां 4 सौना है तेनों सुख की नींद आवे। तो महाराज जी कहते ने संध्या समय सुने रह रास, कीर्तन कथा सुने हर जास। सुनियो किड्डी वड्डी महाराज जी ने रियायत दी है। साहब जी कहते इन मैं नेम हो एक निभाहे। इन्हां नेमां दे विचों जे कोई सिख एक नेम भी पूरा कर लवे ना प्रपक्ता दे नाल, इन मैं नेम हो एक निभाहे, सो सिख अमरपुरी में जाए। प्यार नाल आखो सतनाम श्री वाहिगुरू। वो सिख अमरपुरी भाव सचखंड जाएगा। ते जिहड़ा 5 नेम दसे पूरे कर लैंदा है, 5 नेम पुन सिख जो तारै। जिहड़ा 1 नेम भी पूरा कर लैंदा वो सचखंड जाएगा। ते जिहड़ा 5 नेम पूरे कर लैंदा है प्रपक्ता दे नाल, 5 नेम पुर सिख जो तारै, 21 कुल कुटुंब को तारै। ओदियां 21 कुलां सचखंड नूं चले जांदियां ने। ये मेरे पातशाह जी दे बचन ने रहतनामिਆਂ विच। तो महाराज जी ने बड़ी बख्शिश की है, बड़ी रियायत बख्शिश की है सानू किरती सिखां नूं। तो वडभागे हो जो आप जी ये सुन के स्पीकर राही गुरु साहिबान दे वजीर साहिबाना दे कोलों दीवान की हाज़री भर रहे हो।
ਵੱਡੇ ਭਾਗਾਂ ਵਾਲੇ ਹੋ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ 400 ਸਾਲਾ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਇਆ ਹੈ। 450 ਸਾਲਾ ਕਿਸੇ ਵਿਰਲੇ ਭਾਗਾਂ ਵਾਲੇ ਦੇ ਨਸੀਬ ਹੋਣਾ ਹੈ। ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾਇਆ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਜੀ ਦਾ। ਕਿਸੇ ਨੇ 500 ਸਾਲ ਨਹੀਂ ਵੇਖਿਆ ਹੋਏਗਾ, ਕਿਸੇ ਨੇ 600 ਸਾਲ ਨਹੀਂ ਵੇਖਣਾ। ਤਾਂ ਸਾਡੇ ਵੱਡੇ ਭਾਗ ਨੇ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਹ ਸ਼ਤਾਬਦੀ ਆਈ ਹੈ, ਤਾਂ ਜਦੋਂ ਵੀ ਸਤ ਸੰਗਤ ਕਰਨ ਦਾ ਸਮਾਂ ਮਿਲੇ ਸਤ ਸੰਗਤ ਕਰ ਲੈਣੀ ਚਾਹੀਦੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸਾ ਰਾਗ ਦਾ ਇੱਕ ਹੀ ਸ਼ਬਦ ਹੈ। 59 ਸ਼ਬਦ ਨੇ ਪਾਤਸ਼ਾਹ ਜੀ ਦੇ ਪਾਵਨ ਰਫ ਵੱਖ ਵੱਖ ਰਾਗਾਂ ਦੇ ਵਿੱਚ। 52 ਸ਼ਲੋਕ ਭੋਗਦੇ ਆਪ ਜੀ ਸਰਵਣ ਕਰਦੇ ਹੋ। ਸਾਰੀ ਜ਼ਿੰਦਗੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਯੰਤ ਜੀਵਨ ਵੈਰਾਗਮਈ ਜੀਵਨ ਬਤੀਤ ਕੀਤਾ ਹੈ ਪਾਤਸ਼ਾਹ ਜੀ ਨੇ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ, ਭਗਤੀ ਕੀਤੀ। ਜਪ ਤਪ ਕਾ ਬੰਦ ਬੇੜਲਾ ਜਿਤ ਲੰਘੈ ਵਹੇਲਾ। ਤਾਂ ਜਦੋਂ ਅਸੀਂ ਆਪਣੇ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਵਾਂਗੇ ਤਾਂ ਸਤਿਗੁਰੂ ਸਾਡੀ ਝੋਲੀ ਵਿੱਚ ਖੁਸ਼ੀਆਂ ਤਾਂ ਪਾਉਣਗੇ ਹੀ ਨਾ। ਸਾਡੀ ਝੋਲੀ ਵਿੱਚ ਭਗਤੀ ਦੇ ਵਿੱਚੋਂ, ਆਪਣੀ ਕੀਤੀ ਹੋਈ ਭਗਤੀ ਦੇ ਵਿੱਚੋਂ ਭਗਤੀ ਦੀ ਦਾਤ ਵੀ ਤਾਂ ਪਾਉਣਗੇ ਹੀ ਨਾ ਪਾਤਸ਼ਾਹ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਰੀ ਬਾਣੀ ਵੈਰਾਗਮਈ ਹੈ। ਤਿਆਗ ਤੇ ਵੈਰਾਗ ਦੀ ਮੂਰਤ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਇਤਿਹਾਸ ਇਹ ਵੀ ਲਿਖਦਾ ਹੈ ਕਿ ਸਤਿਗੁਰੂ ਸਾਰੀ ਜ਼ਿੰਦਗੀ ਦੇ ਵਿੱਚ ਕਦੀ ਹੱਸੇ ਨਹੀਂ, ਖਿੜਖੜਾ ਕੇ ਮੁਸਕਰਾਏ ਨਹੀਂ, ਖੁਸ਼ ਨਹੀਂ ਹੋਏ, ਕਿਉਂਕਿ ਮਹਾਰਾਜ ਜੀ ਨੇ ਆਪ ਆਪਣੀ ਪਾਵਨ ਬਾਣੀ ਅੰਦਰ ਬਖਸ਼ਿਸ਼ ਕੀਤਾ, ਹਰਖ ਸੋਗ ਤੇ ਰਹਿ ਨਿਆਰੋ। ਹਰਖ ਖੁਸ਼ੀ ਸੋਗ ਮੈਨੇ, ਦੁੱਖ ਦੇ ਵੇਲੇ ਕਹਿੰਦੇ ਨਿਆਰਾ ਜਿਹੜਾ ਰਹਿੰਦਾ ਹੈ ਨਾ, ਉਹ ਵਾਸਤਵ ਦੇ ਵਿੱਚ ਬ੍ਰਹਮ ਗਿਆਨੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਇਤਿਹਾਸਕਾਰ ਲਿਖਦਾ ਹੈ ਕਿ ਸਤਿਗੁਰੂ ਜ਼ਿੰਦਗੀ ਵਿੱਚ ਉਦੋਂ ਤਾਂ ਹੱਸੇ ਹੀ ਹੋਣਗੇ ਨਾ ਜਦੋਂ ਆਸਾਮ ਵਿੱਚ ਗਿਆ ਨੂੰ ਸਾਹਿਬਜ਼ਾਦੇ ਦੇ ਜਨਮ ਦੀ ਖਬਰ ਮਿਲੀ ਹੋਵੇਗੀ। ਸਿੱਖਾਂ ਨੇ, ਮੇਵੜਿਆਂ ਨੇ ਜਾ ਕੇ ਦੱਸਿਆ ਹੋਵੇਗਾ। ਉਸ ਤੋਂ ਪਹਿਲਾਂ ਉਦੋਂ ਤਾਂ ਮੁਸਕਰਾਏ ਹੀ ਹੋਣਗੇ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਗੁਰਤਾ ਗੱਦੀ ਦੇ ਮਾਲਕ ਬਣੇ ਹੋਣਗੇ। ਇਤਿਹਾਸਕਾਰ ਲਿਖਦਾ ਨਹੀਂ, ਪੁੱਤਰ ਦੇ ਸਾਹਿਬਜ਼ਾਦੇ ਦੇ ਜਨਮ ਵੇਲੇ ਵੀ ਮਹਾਰਾਜ ਜੀ ਨਹੀਂ ਮੁਸਕਰਾਏ, ਖੁਸ਼ ਨਹੀਂ ਹੋਏ, ਮਤਲਬ ਹੱਸੇ ਨਹੀਂ। ਪਾਤਸ਼ਾਹ ਜੀ ਤਾਂ ਅਨੰਤਾਂ ਲਿਆ ਹੋਵੇਗਾ ਕਿ ਮੇਰੇ ਘਰ ਵਿੱਚ ਸਤਿਗੁਰਾਂ ਨੇ, ਪ੍ਰਮਾਤਮਾ ਨੇ ਭਗਤੀ ਵਾਲਾ ਪੁੱਤਰ ਬਖਸ਼ਿਸ਼ ਕੀਤਾ ਹੈ। ਉਹ ਖੁਸ਼ੀ ਜਿਹੜੀ ਅਸੀਂ ਕਰਦੇ ਆ ਨਾ ਕਿ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ, ਜਦੋਂ ਸਾਡੇ ਘਰ ਵਿੱਚ ਥੋੜ੍ਹੀ ਜਿਹੀ ਖੁਸ਼ੀ ਹੋ ਜਾਂਦੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਤਾਂ ਕਹਿੰਦੇ ਉਦੋਂ ਖਿੜਖੜਾ ਕੇ ਹੱਸੇ ਹੋਣਗੇ ਜਦੋਂ ਪੁੱਤਰ ਦੇ ਸਾਹਿਬਜ਼ਾਦੇ ਦੀ ਖਬਰ ਮਿਲੀ ਹੋਏਗੀ। ਇਤਿਹਾਸਕਾਰ ਲਿਖਦਾ ਨਹੀਂ, ਸਤਿਗੁਰੂ ਜੀ ਇੱਕ ਰਸ ਵਿੱਚ ਨੇ। ਇੱਕ ਸਮਾਂ ਐਸਾ ਆਇਆ, ਇਤਿਹਾਸਕਾਰ ਲਿਖਦਾ ਹੈ, ਉਹ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਖਿੜਖੜਾ ਕੇ ਹੱਸੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਜ਼ਿੰਦਗੀ ਵੈਰਾਗ ਤੇ ਤਿਆਗ ਦੀ ਮੂਰਤ ਬਣ ਕੇ ਬਤੀਤ ਕੀਤਾ ਹੈ। ਪਰ ਇੱਕ ਸਮਾਂ ਐਸਾ ਸੀ ਚੰਦ ਘੜੀਆਂ ਦਾ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਖਿੜਖੜਾ ਕੇ ਹੱਸੇ। ਉਹ ਸੀ ਚਾਂਦਨੀ ਚੌਂਕ ਦਾ ਸਮਾਂ, ਜਦੋਂ ਜਲਾਲੂਦੀਨ ਤੇਗ ਕੱਢ ਕੇ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਆਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿੜਖੜਾ ਕੇ ਹੱਸੇ ਤੇਗ ਨੂੰ ਵੇਖ ਕੇ। ਜਲਾਲੂਦੀਨ ਕਹਿੰਦਾ, ਹੱਸਦੇ ਹੋ? ਤੁਹਾਨੂੰ ਸ਼ਾਇਦ ਪਤਾ ਨਹੀਂ, ਮੈਂ ਖਾਨਦਾਨੀ ਜਲਾਦ ਹਾਂ। ਜਲਾਲੂਦੀਨ ਕਹਿੰਦਾ, ਕੋਤਵਾਲ ਕਹਿੰਦਾ, ਮੈਂ ਖਾਨਦਾਨੀ ਕੋਤਵਾਲ ਹਾਂ। ਤੁਹਾਡਾ ਇਸ ਵਾਰ ਵਾਹ ਖਾਨਦਾਨੀ ਕੋਤਵਾਲ ਦੇ ਨਾਲ ਪਿਆ ਹੈ। ਕਾਜ਼ੀ ਕਹਿੰਦਾ, ਤੁਸੀਂ ਹੱਸਦੇ ਹੋ ਮੌਤ ਨੂੰ ਸਾਹਮਣੇ ਵੇਖ ਕੇ? ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਖਾਨਦਾਨੀ ਕਾਜ਼ੀ ਹਾਂ। ਕਾਜ਼ੀ ਕਹਿੰਦਾ, ਮੈਂ ਖਾਨਦਾਨੀ ਕਾਜ਼ੀ ਹਾਂ, ਮੇਰੇ ਪਿਤਾ ਪੁਰਖੀ ਇਹ ਕਾਜ਼ੀ ਦਾ ਕੰਮ ਕਰਦੇ ਨੇ, ਫਤਵੇ ਦਿੰਦੇ ਆਏ ਨੇ। ਤਾਂ ਕੋਤਵਾਲ ਕਹਿੰਦਾ, ਮੈਂ ਖਾਨਦਾਨੀ ਕੋਤਵਾਲ ਹਾਂ, ਮੇਰੇ ਪਿਤਾ ਪੁਰਖੀ ਇਹ ਪਿੱਛੇ ਤੋਂ ਚੱਲਿਆ ਆ ਰਿਹਾ, ਵਿਰਾਸਤ ਵਿੱਚ ਮਿਲੀ ਹੈ ਕੋਤਵਾਲੀ ਸਾਨੂੰ। ਜਲਾਲੂਦੀਨ ਜਲਾਦ ਵੀ ਕਹਿੰਦਾ ਹੈ ਕਿ ਮੈਂ ਖਾਨਦਾਨੀ ਜਲਾਦ ਹਾਂ।
तो साहिबा ने कहा है परमात्मा ने मेल बड़ा वधिया मिलाया है ना। जे तुसी खानदानी कोतवाल काजी ते जला दो, असी भी खानदानी शहीद हाँ। प्यार नाल आखो सतनाम श्री वाहिगुरू। सानू भी शहादत दा ए जिहड़ा दात है ना, ये सानू विरसे विच मिली है। ये सानू दात विरसे दे विच प्राप्त हुई है। उत्थे इतिहासकार ने लिखा है गुरु तेग बहादुर महाराज जी नूं लालच दिते गए, डरावे दिते गए। महाराज जी ने कहा सी औरंगजेब नूं, औरंगजेब मैं हाँ तेग ते कढ़ लै तेग तूवी, एक दो नहीं परख लै 100 तेगा, मैनू लकब है तेग बहादरी दा, मेरे सावें नहीं सकदियां हो तेगा। जिहड़ी तेग दा तू डरावा दे रहा है ना, कहंदे मैं तां जमदियां तेगां दी शाम आनी। मैं तां जदों पैदा होया सी ना, उदों मैं तेगां दी शाम आनी है। वेख पिता दियां पहनियां 2 तेगां, मेरे पिता गुरु हरगोबिंद साहब जी ने 2 तेगां पहनियां ने। साडे पिता दी अणख बहादरी ते रिया परखदा तेरा प्यो तेगां। औरंगजेब तेरा शाहजहान प्यो भी साडे पिता दी तेग इस बहादरी दे उपर अपनियां तेगां परखदा रहा है। तुहाडे वड वडेरे बाबर तो चले आउंदे ने, साडे गुरुआं दे, साडे पीरां दे उपर, साडे सतगुरां दे उपर ये तेगां परखदे रहे ने। रिया परखदा तेरा प्यो तेगां, कहंदे अगों वेखेगा आउंदे भविख अंदर, मेरे पुत्र ने वाहणियां ओ तेगां, ओदी तेग चो जिहड़ी तेग निकलू लखां लैगी तेरियां खो तेगां। इहो बचन गुरु अर्जन देव महाराज जी ने लाहौर विच कीते सन। मेरी सदा को दबाना तो मुमकिन है, मगर हयात की ललकार कौन रोकेगा। फसीलो आतिशो बहुत बुलंद सही, मगर वक्त की रफ्तार कौन रोकेगा। मेरे आवाज़ के प्रवाज को रोकने वालों, मेरे हर गोबिंद की तलवार कौन रोकेगा। सो ऐसे मेरे सतगुर सच्चे पातशाह पर्यंत जीवन वैराग ते त्याग दी मूर्त बन के सतगुरां ने बतीत किया। अपनी वैरागमई रसना तो जो साहिबा ने अज दा मुबारक बचन बख्शिया है, सरवण करो ते प्यार नाल आखो सतनाम श्री वाहिगुरू। फिर कृपा करो आखो सतनाम। एक बार आपां सारे धन गुरु तेग बहादुर महाराज जी दा मुबारक रसना तो नाम लै लईए। तेग बहादुर सिमरिया, तेग बहादुर सिमरिया, कर नो निद आवे ताए, तेग बहादुर सिमरिया, तेग बहादुर सिमरिया, कर नो निद आवे। सब थाई होए सहाय, गुरु तेग बहादुर सिमरिया, तेग बहादुर सिमरिया, सब थाई होए। गुरु तेग बहादुर सिमरिया, गुरु तेग बहादुर सिमरिया। प्यार नाल आखो सतनाम। फिर कृपा करो आखो सतनाम। साहिब सच्चे पातशाह जी के मुबारक हुक्मनामे अंदर शब्द राही वस्तु निर्देश मंगला चरण बख्शिश कर दे। एक ओंकार वाहिगुरु परमात्मा अद्विती अकाल पुरख वाहिगुरु एक है। सतगुर प्रसाद सदैव रहन वाला प्रकाशमान है और कृपा द्वारा प्राप्त होता है। राग आसा महला नावा। सच्चे पातशाह बख्शिश कर दे। बिरथा कहो कौन स्यो मन की। हे भाई मैं अपने मन की पीड़ा किहदे अगे बयान करा। किस पै खोलों गंठड़ी दुखी भरे आया। कैसे वैरागमई मुबारक बचन ने सतगुरां दे। सतगुरु जी कहंदे बिरथा कहो किहदे अगे मैं अपने मन की बिरथा पीड़ा बयान करा। सारे दुखों के नाल भरे हुए ने।
ਸਾਰੇ ਆਪਣੇ ਆਪਣੇ ਦੁੱਖਾਂ ਦੇ ਨਾਲ ਗਰਸੇ ਹੋਏ ਨੇ। ਕਿਸੇ ਨੂੰ ਤੁਸੀਂ ਆਪਣਾ ਕੋਈ ਇੱਕ ਦੁੱਖ ਬਿਆਨ ਕਰੋਗੇ ਨਾ, ਉਹ ਅੱਗੋਂ ਆਪਣਾ 100 ਦੁੱਖ ਗਿਣ ਕੇ ਦੱਸ ਦੇਵੇਗਾ। ਤੁਸੀਂ ਕਿਸੇ ਨੂੰ ਕਹੋ ਕਿ ਮੇਰੇ ਗੋਡੇ ਪੀੜ ਕਰਦੇ ਨੇ, ਉਹ ਕਹਿੰਦਾ ਮੇਰੇ ਮੋਢੇ ਵੀ ਪੀੜ ਕਰਦੇ ਨੇ। ਪਰ ਮਹਾਰਾਜ ਇੱਥੇ ਗੱਲ ਮਨ ਦੀ ਕਰ ਰਹੇ ਨੇ ਕਿ ਮਨ, ਮੈਂ ਆਪਣੇ ਮਨ ਦੀ ਬਿਰਥਾ ਉਹਦੇ ਅੱਗੇ ਕਹਾਂ ਨਾ ਜਿਹਦਾ ਮਨ ਟਿਕਿਆ ਹੋਵੇ, ਜਿਹਦੇ ਮਨ ਨੂੰ ਕੋਈ ਪੀੜਾ ਨਾ ਹੋਵੇ, ਜਿਹਦਾ ਮਨ ਇਕਾਗਰ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਬਿਰਥਾ ਕਹੋ ਕੌਣ ਸਿਓ ਮਨ ਕੀ। ਕਿਹਦੇ ਅੱਗੇ ਬਿਆਨ ਕਰਾਂ? ਕਿਉਂ? ਕਿਉਂਕਿ ਲੋਭ ਗਰਸਿਓ 10 ਦਿਸ ਧਾਵਤ। 10 ਦਿਸ਼ਾ ਨੇ, ਵੈਸੇ 4 ਦਿਸ਼ਾ ਨੇ, ਪੂਰਬ ਪੱਛਮ ਉੱਤਰ ਤੇ ਦਕਸ਼ਣ। ਗੁਰਬਾਣੀ ਨੂੰ ਸਮਝਣਾ ਪਵੇਗਾ 10 ਦਿਸ਼ਾਵਾਂ ਕਿਹੜੀਆਂ ਨੇ। 4 ਦਿਸ਼ਾ ਨੇ, 4 ਉਹਨਾਂ ਦੇ ਕੋਨੇ ਨੇ, 8 ਹੋ ਗਏ। 2 ਧਰਤੀ ਹੈ, ਜਿਹੜੇ ਪੈਰਾਂ ਥੱਲੇ ਦੀ ਜਗ੍ਹਾ ਧਰਤੀ ਤੇ ਸਾਡੇ ਸਿਰ ਦਾ ਉੱਪਰਲਾ ਹਿੱਸਾ, ਇਹ ਬਣਦੇ ਨੇ 10। ਇਹਨੂੰ ਕਹਿੰਦੇ ਨੇ ਅਰਧ ਹੈ। ਅਰਧ ਹੈ ਭਾਵ ਧਰਤੀ, ਪੈਰਾਂ ਥੱਲੇ ਦੀ ਜਗ੍ਹਾ ਉਰਧ ਹੈ, ਉੱਪਰ ਵਾਲੀ ਜਗ੍ਹਾ। ਇਹ ਮਨ ਜਿਹੜਾ ਹੈ ਲੋਭ ਦੇ ਵਿੱਚ ਗਰਸਿਆ ਹੋਇਆ 10 ਦਿਸ਼ਾਵਾਂ ਦੇ ਵਿੱਚ ਭੌਂਦਾ ਫਿਰਦਾ ਹੈ। ਮਨ ਐਸਾ ਹੈ। ਆਸਾ ਲਾਗਿਓ ਧਨ ਕੀ। ਲੋਭ ਦੇ ਵਿੱਚ ਗਰਸਿਆ ਹੋਇਆ ਮਨ ਆਸਾ, ਧਨ ਦੀ ਆਸਾ ਕਰਕੇ, ਧਨ ਕਮਾਉਣ ਦੀ ਆਸਾ ਕਰਕੇ, ਧਨ ਜੋੜਨ ਦੀ ਆਸਾ ਲੈ ਕੇ ਕਹਿੰਦੇ 10 ਦਿਸ਼ਾਵਾਂ ਵਿੱਚ ਭਟਕਦਾ ਫਿਰਦਾ ਹੈ। ਮਨ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਤੁਸੀਂ ਇੱਥੇ ਬੈਠੇ ਹੋ, 10 ਦਿਸ਼ਾਵਾਂ ਦੇ ਵਿੱਚ ਇੱਕ ਛਿਨ ਦੇ ਵਿੱਚ ਮਨ ਹੋ ਆਵੇਗਾ। ਤਾਂ ਮਹਾਰਾਜ ਜੀ ਨੇ ਇਸੇ ਕਰਕੇ ਗੁਰਬਾਣੀ ਵਿੱਚ ਕਿਹਾ ਨਾ ਕਿ ਮਨ ਨੂੰ ਸਮਝਾਓ, ਮਨ ਤੂੰ ਜੋਤ ਸਰੂਪ ਹੈ। हे ਮੇਰੇ ਮਨਾ, ਤੂੰ ਜੋਤ ਸਰੂਪ ਹੈ, ਪ੍ਰਮਾਤਮਾ ਦੀ ਅੰਸ਼ ਹੈ। ਆਪਣਾ ਮੂਲ ਪਛਾਣ। ਮਨ ਨਹੀਂ ਬਹਿਣ ਦਿੰਦਾ ਗੁਰੂ ਘਰ ਵਿੱਚ। ਆ ਸਤਿਕਾਰਯੋਗ ਬਜ਼ੁਰਗ ਬੈਠੇ ਸਨ, ਜਦੋਂ ਇਹਨਾਂ ਦੇ ਗ੍ਰਹਿ ਵਿਖੇ ਬੈਠੇ, ਕਈਆਂ ਦੇ ਮਨ ਵਿੱਚ ਵਿਚਾਰ ਆਈ ਹੋਵੇਗੀ ਅੱਜ ਮੈਂ ਸ਼ਰਾਬ ਨਹੀਂ ਪੀਣੀ, ਅੱਜ ਮੇਰੇ ਨਗਰ 'ਚ ਦੀਵਾਨ ਸੱਜ ਰਿਹਾ ਹੈ। ਮਨ ਉਦੋਂ ਪਵਿੱਤਰ ਹੋ ਗਿਆ ਜਦੋਂ ਉਹਨੇ ਕਹਿ ਦਿੱਤਾ ਕਿ ਮੈਂ ਗੁਰਦੁਆਰੇ ਹਾਜ਼ਰੀ ਭਰਨੀ, ਅੱਜ ਮੈਂ ਸ਼ਰਾਬ ਦਾ ਸੇਵਨ ਨਹੀਂ ਕਰਨਾ। ਤੇ ਕਈ ਉਹ ਵੀ ਹੋਣਗੇ ਕਹਿੰਦੇ ਇੱਥੇ ਤਾਂ ਨਾ ਪੀਏ ਤੇ ਸਰਦਾ ਨਹੀਂ, ਰਾਤ ਨੀਂਦ ਨਹੀਂ ਆਉਂਦੀ। ਮਨ ਨਹੀਂ ਗੁਰੂ ਚਰਨਾਂ ਵਿੱਚ ਬੈਠਣ ਦਿੰਦਾ, ਮਨ ਨਹੀਂ ਟਿਕਣ ਦਿੰਦਾ, ਮਨ ਨਹੀਂ ਗੁਰਦੁਆਰੇ ਆਉਣ ਦਿੰਦਾ। ਕਾਰਨ ਕੀ ਹੈ? ਆਪਾਂ ਅਰਦਾਸ ਵਿੱਚ ਰੋਜ਼ਾਨਾ ਪੜ੍ਹਦੇ ਆ ਨਾ, ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ। ਮਨ ਨੇ ਲੱਗਣਾ ਸੀ ਮਤ ਦੇ ਪਿੱਛੇ, ਪਰ ਉਲਟ ਇਸ ਦੇ ਹੋ ਗਿਆ ਕਿ ਮਤ ਨੇ ਮਨ ਦਾ ਕਹਿਆ ਮੰਨ ਲਿਆ, ਮਨ ਦੇ ਪਿੱਛੇ ਲੱਗ ਗਈ ਮਤ। ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਠੀਕ ਉਸੇ ਤਰ੍ਹਾਂ ਜਿਵੇਂ ਲੇਲੇ ਨੇ ਭੇਡ ਨੂੰ ਚੁੰਗਣਾ ਸੀ। ਇੱਕ ਲੇਲਾ ਹੈ ਨਾ, ਲੇਲਾ ਭੇਡ ਨੂੰ ਚੁੰਗਦਾ ਹੈ ਨਾ ਦੁੱਧ ਪੀਣ ਵਾਸਤੇ, ਪਰ ਉਲਟ ਇਸ ਦੇ ਹੋਇਆ ਕਿ ਭੇਡ ਲੇਲੇ ਨੂੰ ਚੁੰਗ ਰਹੀ ਹੈ। ਇੱਥੇ ਭੇਡ ਦੇ ਅਰਥ ਨੇ ਮਤ ਤੇ ਲੇਲੇ ਦੇ ਅਰਥ ਨੇ ਮਨ। ਮਹਾਰਾਜ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਮਨ ਜਿਹੜਾ ਮਤ ਦੇ ਪਿੱਛੇ ਲੱਗਣਾ ਸੀ, ਪਰ ਇਹਨੇ ਉਲਟਾ ਕਰ ਲਿਆ, ਮਤ ਨੂੰ ਪਿੱਛੇ ਲਾ ਲਿਆ, ਆਪਣੇ ਉਲਟੇ ਪਾਸੇ ਲੈ ਗਿਆ ਮਤ ਨੂੰ। ਤਾਂ ਮਹਾਰਾਜ ਜੀ ਕਹਿੰਦੇ ਨੇ ਇਹ ਲੋਭ ਦੇ ਵਿੱਚ ਗਰਸਿਆ ਹੋਇਆ ਮਨ 10 ਦਿਸ਼ਾਵਾਂ ਦੀ ਯਾਤਰਾ ਕਰਦਾ ਹੈ। ਤਾਂ ਮਹਾਰਾਜ ਜੀ ਨੇ ਕਹਿ ਦਿੱਤਾ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ ਹੈ। ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤੋ ਛੁਟੈ ਜੋ ਉੱਪਰ ਲਾਦਾ। ਤਾਂ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ ਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਵਸ ਵਿੱਚ ਤਾਂ ਆ ਸਕਦਾ ਜੇ ਗੁਰੂ ਦੀ ਪੂਰੀ ਕਿਰਪਾ ਹੋਵੇ। ਪੂਰੀ ਕਿਰਪਾ ਲੈਣ ਵਾਸਤੇ ਕਿਰਪਾ ਦੀ ਪਾਤਰਤਾ ਵੀ ਤਾਂ ਬਣਾਉਣੀ ਪਵੇਗੀ ਨਾ, ਗੁਰੂ ਦੇ ਕੋਲੋਂ ਮੰਗ ਵੀ ਤਾਂ ਕਰਨੀ ਪਵੇਗੀ ਨਾ ਕਿ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੇਰੇ ਤੇ ਪੂਰਨ ਕਿਰਪਾ ਕਰ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲੋਭ ਰੂਪੀ ਕੁੱਤਾ ਮਨ ਦੇ ਅੰਦਰ ਭੌਂਕਦਾ ਹੈ, ਇਹ ਨਹੀਂ ਟਿਕਣ ਦਿੰਦਾ। ਅਕਸਰ ਮੈਂ ਬੇਨਤੀ ਕਰਦਾ ਹੁੰਦਾ ਕਿ ਤੁਹਾਡੇ ਮੁਹੱਲੇ ਦੇ ਵਿੱਚ ਰਾਤ ਨੂੰ ਕੁੱਤੇ ਸੁੱਤੇ ਹੁੰਦੇ ਨੇ ਕਈ, ਹੈ ਨਾ,
ਗਲੀਆਂ ਦੇ ਵਿੱਚ, ਘਰਾਂ ਦੇ ਵਿੱਚ ਆਰਾਮ ਕਰ ਰਹੇ ਹੁੰਦੇ ਨੇ। ਪਰ ਅਚਾਨਕ ਕੋਈ ਕੁੱਤਾ ਇੱਕ ਭੌਂਕਦਾ ਹੈ, ਦੂਸਰੇ ਕੁੱਤੇ ਵੀ ਕੰਨ ਖੜੇ ਕਰਕੇ ਉਧਰ ਵੱਲ ਨੂੰ ਭੌਂਕ, ਉਹਨਾਂ ਨੂੰ ਪਤਾ ਕੋਈ ਨਹੀਂ ਕਿ ਕਿਸ ਕਾਰਨ ਭੌਂਕਿਆ ਹੈ, ਪਰ ਉਹ ਆਪਣੀ ਡਿਊਟੀ ਨਿਭਾਉਂਦੇ ਨੇ। ਕੁੱਤੇ ਵੀ ਭੌਂਕਣ ਲੱਗ ਪਏ। ਆ ਦਰਵਾਜ਼ਾ ਬੰਦ ਕਰ ਦਿਓ ਜੀ, ਉਧਰ ਆਵਾਜ਼ ਆ ਰਹੀ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਕਿਰਪਾ ਕਰੋ ਆਖੋ ਸਤਨਾਮ। ਹੁਣ ਇੱਥੇ ਮਹਾਰਾਜ ਕਹਿੰਦੇ ਜਦੋਂ ਮਨ ਦੇ ਅੰਦਰ ਲੋਭ ਰੂਪੀ ਕੁੱਤਾ ਭੌਂਕਦਾ ਹੈ ਤਾਂ ਇਹਦੇ ਨਾਲ ਦੋ ਕੁੱਤੀਆਂ ਵੀ ਭੌਂਕਦੀਆਂ ਨੇ, ਆਸਾ ਤੇ ਤ੍ਰਿਸ਼ਨਾ। ਏਕ ਸਵਾਨ ਦੋਏ ਸਵਾਨੀ ਨਾਲ ਭਲਕੈ ਭੌਂਕੈ ਸਦਾ ਬਿਆਲ। ਜਦੋਂ ਲੋਭ ਰੂਪੀ ਕੁੱਤਾ ਭੌਂਕਿਆ ਤੇ ਇਹਦੇ ਨਾਲ ਦੋ ਕੁੱਤੀਆਂ ਵੀ ਭੌਂਕੀਆਂ। ਆ ਲੋਭ ਦੀ ਗੱਲ ਹੈ ਨਾ ਕਿ ਅਸੀਂ ਗੁਰੂ ਦਾ ਦਰ ਛੱਡ ਕੇ ਪਤਾ ਨਹੀਂ ਕਿਹੜੇ ਕਿਹੜੇ ਦਰਾਂ ਤੇ ਭਟਕਦੇ ਫਿਰਦੇ ਆ, ਕਿਹੜੀਆਂ ਕਿਹੜੀਆਂ ਕਬਰਾਂ ਤੇ ਜਾ ਕੇ ਸਿਰ ਝੁਕਾਉਂਦੇ ਫਿਰਦੇ ਆ, ਕਿੱਥੇ ਕਿੱਥੇ ਅਸੀਂ ਧੱਕੇ ਖਾਂਦੇ ਫਿਰਦੇ ਆ। ਪ੍ਰਾਪਤ ਕਿਤਿਓਂ ਕੁਛ ਨਹੀਂ ਜੇ ਹੁੰਦਾ ਗੁਰੂ ਤੋਂ ਬਿਨਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨ ਚਰਨੀ, ਧ੍ਰਿਗ ਲੋਇਣ ਗੁਰ ਦਰਸ਼ ਵਿਣ ਵੇਖੈ ਪਰ ਤਰਨੀ। ਧ੍ਰਿਗ ਜਿਹਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਜਿਹੜਾ ਬਾਣੀ ਨੂੰ ਛੱਡ ਕਰਕੇ ਜਿਹੜੀ ਰਸਨਾ ਹੋਰ ਨਾ ਮੰਤਰਾਂ ਦਾ, ਕੋਈ ਹਨੂਮਾਨ ਦਾ ਚਲੀਸਾ ਪੜ੍ਹਦਾ ਫਿਰਦਾ, ਜਿਨ੍ਹਾਂ ਦਾ ਧਰਮ ਹੈ ਮੁਬਾਰਕ ਹੈ ਪੜ੍ਹ ਲਓ। ਕੋਈ ਜਗਰਾਤੇ ਕਰਾਉਂਦੇ ਫਿਰਦੇ ਨੇ, ਸਿੱਖ ਹੋ ਕਰਕੇ ਦਿਨੇ ਅਖੰਡ ਪਾਠ ਕਰਾ ਲਿਆ, ਰਾਤ ਨੂੰ ਜਗਰਾਤਾ ਕਰਾ ਲਿਆ। ਤਾਂ ਭਾਈ ਗੁਰਦਾਸ ਜੀ ਲਿਖਦੇ ਨੇ ਧ੍ਰਿਗ ਜਿਹਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਦੂਸਰਾ ਮੰਤਰ ਸਿਮਰਨਾ, ਦੂਸਰੇ ਕਿਸੇ ਦਾ ਜਾਪ ਕਰਨਾ, ਸਿੱਖ ਹੋ ਕਰਕੇ, ਗੁਰਬਾਣੀ ਛੱਡ ਕਰਕੇ, ਬਾਣੀ ਪੜ੍ਹਨੀ ਛੱਡ ਕਰਕੇ ਦੂਸਰਿਆਂ ਦਾ ਮੰਤਰ ਦਾ ਜਾਪ ਕਰਨਾ। ਕੋਈ ਸਿੱਧੀ ਮੰਤਰ ਸਿੱਧੀ ਕੋਈ ਕਰਨੀ ਜੀ ਮੈਂ ਤਾਂ ਧਨ ਵਾਸਤੇ ਆਹ ਮੰਤਰ ਸਿੱਧੀ ਕਰਨੀ ਹੈ। ਧਨ ਕਮਾਉਣ ਵਾਸਤੇ, ਧਨ ਇਕੱਠਾ ਕਰਨ ਵਾਸਤੇ ਕੋਈ ਐਸਾ ਦੁਨੀਆ ਦਾ ਮੰਤਰ ਨਹੀਂ ਜੇ ਬਣਿਆ ਜਿਹੜਾ ਤੁਹਾਨੂੰ ਛੇਤੀ ਨਾਲ ਧਨ ਲਿਆ ਕੇ ਤੁਹਾਡੀ ਝੋਲੀ 'ਚ ਪਾ ਦੇਵੇਗਾ। ਤਾਂ ਇਹ ਤਾਂ ਗੁਰੂ ਦੀਆਂ ਦਾਤਾਂ ਨੇ। ਇੱਕ ਖਾਵੈ ਬਖਸ਼ ਟੋਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀ। ਇਹ ਤਾਂ ਉਹਦੀਆਂ ਖੇਡਾਂ ਨੇ, ਸਾਰੀਆਂ ਨਿਰਾਲੀਆਂ ਖੇਡਾਂ ਨੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦਾਤਾਂ ਗੁਰੂ ਦੇ ਕੋਲੋਂ ਹੀ ਮਿਲਦੀਆਂ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਲੋਭ ਗਰਸਿਓ, ਲੋਭ ਦੇ ਵਿੱਚ ਗਰਸਿਆ ਹੋਇਆ ਦਸਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ। ਰਹਾਉ ਦਾ ਵਿਸ਼ਰਾਮ ਦੇ ਕੇ ਸਾਹਿਬ ਜੀ ਬਖਸ਼ਿਸ਼ ਕਰਦੇ, ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਸੁਖ ਦੀ ਚਾਹਤ ਲੈ ਕਰਕੇ ਜਦੋਂ ਮਨੁੱਖ ਦੁਆਰੇ ਦੁਆਰ ਸਵਾਨ ਜੋ ਡੋਲੇ, ਕੁੱਤੇ ਦੀ ਤਰ੍ਹਾਂ ਡੋਲਦਾ ਹੈ ਨਾ, ਕਦੀ ਕਿਸੇ ਦੇ ਦਰ ਤੇ ਚਲਾ ਗਿਆ, ਕਦੀ ਕਿਸੇ ਦੇ ਦਰ ਤੇ ਚਲਾ ਗਿਆ। ਵਾਸਤਵ ਦੇ ਵਿੱਚ ਕੁੱਤੇ ਦੇ ਗੁਣ ਵੀ ਚਾਣਕਿਆ ਰਾਜਨੀਤੀ ਦੇ ਵਿੱਚ 100 ਦੱਸੇ ਨੇ ਕਿ ਕੁੱਤੇ ਦੇ ਵਿੱਚ 100 ਗੁਣ ਵੀ ਹੈ। ਜੇ ਕੁੱਤਾ ਦੁਆਰੇ ਦੁਆਰ ਡੋਲਦਾ ਹੈ ਨਾ, ਤੇ ਜੇ ਤੇ ਕਿਸੇ ਮਾਲਕ ਦਾ ਵਫਾਦਾਰ ਕੁੱਤਾ ਹੋਵੇਗਾ ਫਿਰ ਉਹ ਨਹੀਂ ਜਾਵੇਗਾ ਕਿਸੇ ਦੇ ਦਰ ਤੇ, ਉਹ ਨਹੀਂ ਜਾਂਦਾ। ਇੱਕ ਸਿੱਖ ਕੌਮ ਦਾ ਪ੍ਰਚਾਰਕ ਹੋਇਆ, ਐਡਾ ਵੱਡਾ ਪ੍ਰਚਾਰਕ ਸੀ ਕਿ ਈਸਾਈ ਮਤ ਵਾਲਿਆਂ ਨੇ ਉਹਨੂੰ ਲਾਲਚ ਦਿੱਤਾ ਹੈ। ਉਹਦਾ ਪ੍ਰਚਾਰ ਸੁਣਿਆ, ਈਸਾਈ ਮਤ ਵਾਲੇ ਉਹਨੂੰ ਕਾਰਡ ਦੇ ਗਏ, ਉਹਨਾਂ ਦੇ ਜਿਹੜੇ ਵੱਡੇ ਪਾਦਰੀ ਸਨ, ਕਿ ਸਾਨੂੰ ਆਣ ਕੇ ਮਿਲੀ। ਉਹਦੇ ਅੰਦਰ ਲਾਲਚ ਪੈਦਾ ਹੋਇਆ ਕਿ ਮੈਂ ਕਿਉਂ ਨਾ ਉਹਨੂੰ ਜਾ ਕੇ ਮਿਲਾਂ। ਪੈਸੇ ਦੀ ਲੋੜ ਸੀ ਉਸਨੂੰ। ਤਾਂ ਕਹਿੰਦੇ ਜਦੋਂ ਉਹਦੇ ਘਰ ਵਿੱਚ ਗਿਆ, ਉਹਦੇ ਟਿਫਨ ਦੇ ਵਿੱਚ ਰੋਟੀਆਂ ਸਨ, ਆਪਣੇ ਪੋਣੇ ਦੇ ਵਿੱਚ ਬੱਧੀਆਂ ਹੋਈਆਂ ਸਨ, ਪ੍ਰਸ਼ਾਦੇ ਬੱਧੇ ਹੋਏ ਸਨ, ਜਿਵੇਂ ਅਸੀਂ ਚੱਲ